गौरमेंट नूं जिहड़ी चेतावनी दित्ती आ कि साडा जिहड़ा डीए दा एरियर ਉਹ ਦੇ ਦਿੱਤਾ ਜਾਵੇ, ਉਹਦੀ ਡੇਟਾ ਜਿਹੜੀ ਉਹ ਕਰਕੇ ਲੈਟਰ ਕਰੈਕਟ ਕੀਤੀ ਜਾਵੇ। ਇਹ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ, ਪਰ ਅਜੇ ਤੱਕ ਉਹਨਾਂ ਨਾਲ ਮੀਟਿੰਗ ਨਹੀਂ ਹੋ ਪਾਈ। ਫਿਰ ਉਹਦੇ ਵਿੱਚ ਡੇਟਾ ਚੇਂਜ ਕਰਦੇ ਰਹੇ, ਉਹ ਏਰੀਅਰ ਵੀ ਅਜੇ ਤੱਕ ਨਹੀਂ ਮਿਲੇ। ਹੁਣ ਜਿਹੜਾ ਡੀਏ 6% ਦਿੱਤਾ, ਇਹ 'ਚ ਵੀ ਇੱਕ ਛੋਟੀ ਜਿਹੀ ਲਾਈਨ ਪਾ ਦਿੱਤੀ ਨੀਚੇ ਕਿ ਡੀਏ ਦੇ ਏਰੀਅਰਾਂ ਬਾਰੇ ਬਾਅਦ ਚੋਂ ਗੱਲ ਕਰਾਂਗੇ। ਸਰਕਾਰ ਦੇ ਮੁਲਾਜ਼ਮ ਹੀ ਕੁਝ ਨਹੀਂ ਹੋਣਗੇ ਤਾਂ ਸਰਕਾਰ ਆਪਦਾ ਕਿਵੇਂ ਉੱਥੇ ਮਤਲਬ ਆਪਦਾ ਵਰਕ ਕਰੂਗੀ। ਖਹਿਰਾ ਸਾਹਿਬ, ਜਿਹੜੀ ਕੱਲ ਚਿੱਠੀ ਲਿਖੀ ਗਈ ਹੈ ਸੈਕਟਰੀ ਮੁਲਾਜ਼ਮ ਜਥੇਬੰਦੀ ਵੱਲੋਂ ਸਰਕਾਰ ਨੂੰ, ਉਹਦੇ 'ਚ ਜਿਹੜੀ ਸੋਧ ਕਰਨ ਦੀ ਡਿਮਾਂਡ ਕੀਤੀ ਗਈ ਹੈ ਜੀ, ਉਹ ਕੀ ਚੀਜ਼ ਹੈ, ਕਿਸ ਸਿਲਸਿਲੇ ਦੇ ਵਿੱਚ ਲਿਖੀ ਗਈ ਹੈ? ਮੇਰੇ ਛੋਟੇ ਵੀਰ, ਜਦੋਂ ਵੀ ਆਪਾਂ ਡੀਏ ਸਰਕਾਰ ਅਨਾਉਂਸ ਕਰਦੀ ਆ ਤੇ ਉਹ ਸੈਂਟਰ ਵੱਲੋਂ ਅਨਾਉਂਸ ਕੀਤੇ ਡੀਏ ਨੂੰ ਹੀ ਸਟੇਟ ਗਵਰਨਮੈਂਟ ਉਹਨੂੰ ਰੀਪਰੋਡਿਊਸ ਕਰਕੇ ਜਿਹੜੀ ਆ ਉਹਨੂੰ ਚਿੱਠੀ ਜਿਹੜੀ ਇਸ਼ੂ ਕਰ ਦਿੰਦੀ ਹੈ। ਜੋ ਨੋਟੀਫਿਕੇਸ਼ਨ ਹੋਈ ਸੀਗੀ, ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਸਾਲ ਦੇ ਵਿੱਚ 2 ਵਾਰ ਡੀਏ ਅਨਾਉਂਸ ਕੀਤਾ ਜਾਂਦਾ, ਜੁਲਾਈ ਦੇ ਵਿੱਚ ਔਰ ਜਨਵਰੀ ਦੇ ਵਿੱਚ। ਜਿਹੜਾ ਸਾਡਾ ਡੀਏ ਹੁਣ ਦਿੱਤਾ ਗਿਆ 6%, ਉਹ ਸੀਗਾ ਜੁਲਾਈ 2021 ਦਾ ਤੇ ਜਨਵਰੀ 2022 ਦਾ, ਮਤਲਬ ਦੋਨੋਂ ਕਿਸ਼ਤਾਂ 3% ਸੀ 6% ਦੀਆਂ। ਉਸ ਤੋਂ ਬਾਅਦ ਜੁਲਾਈ 2022 ਦੇ ਵਿੱਚ 4% ਸੈਂਟਰ ਗਵਰਨਮੈਂਟ ਨੇ ਹੋਰ ਅਨਾਉਂਸ ਕਰਤਾ, ਜਿਹੜਾ ਸਾਡੀ ਸਟੇਟ ਗਵਰਨਮੈਂਟ ਨੇ ਅਜੇ ਤਾਈਂ ਨਹੀਂ ਕੀਤਾ। ਕਹਿਣ ਤੋਂ ਮਤਲਬ ਕੀ ਹੈ, ਜਿਹੜਾ ਸਾਨੂੰ ਡੀਏ ਜੁਲਾਈ 2021 ਚ ਮਿਲਣਾ ਸੀ ਉਹ ਅੱਜ ਦੇ ਰਹੇ ਨੇ, ਤੇ ਜਿਹੜਾ ਡੀਏ 3% ਡੀਏ ਜਿਹੜਾ 3% ਜਨਵਰੀ 2022 ਦੇ ਵਿੱਚ ਦੇਣਾ ਸੀ ਉਹ ਵੀ ਅੱਜ ਦੇ ਰਹੇ ਨੇ। ਸੋ ਜਿਹੜਾ ਉਦੋਂ ਚੀਜ਼ ਦੇਣੀ ਸੀਗੀ, ਉਹ ਜਿਹੜੀ ਉਦੋਂ ਦੀ ਡੇਟ ਸੀਗੀ, ਉਹ ਉਸ ਲੈਟਰ ਦੇ ਵਿੱਚ ਪੈਣੀ ਚਾਹੀਦੀ ਸੀ, ਲੇਕਿਨ ਉਹ ਲੈਟਰ ਦੇ ਵਿੱਚ ਜਿਹੜੀ ਡੇਟ ਆ ਨਹੀਂ ਪਾਈ ਗਈ, ਜਿਸ ਕਾਰਨ ਸਾਡਾ ਏਰੀਅਰ ਦੇ ਉੱਤੇ ਜਿਹੜਾ ਸਾਡਾ ਹੱਕ ਸੀਗਾ ਉਹ ਨਹੀਂ ਬਣ ਰਿਹਾ। ਜਦੋਂ ਕਾਂਗਰਸ ਗਵਰਨਮੈਂਟ ਹੁੰਦੀ ਸੀਗੀ, ਜਦੋਂ ਵੀ ਉਹਨਾਂ ਨੇ ਡੀਏ ਅਨਾਉਂਸ ਕੀਤਾ, ਹਰ ਵਾਰ ਸਾਨੂੰ ਜਿਹੜੇ ਆ ਸੰਘਰਸ਼ ਕਰਕੇ ਇਹ ਡੇਟਾ ਪਵਾਉਣੀਆਂ ਪਈਆਂ, ਕਿਉਂਕਿ ਇਹਦੇ ਨਾਲ ਇੱਕ ਤਾਂ ਡੀਲਿੰਕ ਹੋ ਰਿਹਾ ਸੈਂਟਰ ਤੋਂ, ਜਦੋਂ ਉਹ ਡੇਟ ਨਹੀਂ ਪਈ ਜਿਹੜੀ ਸੈਂਟਰ ਨੇ ਪਾਈ ਆ, ਤੇ ਦੂਜੀ ਗੱਲ ਇਹ ਹੈ ਕਿ ਸਾਡਾ ਏਰੀਅਰ ਜਿਹੜੀ ਚੀਜ਼ ਜਦੋਂ ਤੋਂ ਬਣਦੀ ਸੀ ਉਦੋਂ ਤੋਂ ਨਹੀਂ ਦਿੱਤੀ, ਹੁਣ ਤੋਂ ਦੇ ਰਿਹਾ, ਉਹ ਪਿਛਲੀ ਜਿਸ ਤਰੀਕ ਤੋਂ ਬਣਦੀ ਉਹ ਏਰੀਅਰ ਖਤਮ ਕਰ ਦਿੱਤਾ ਗਿਆ। ਸੋ ਅਸੀਂ ਇਸ ਪੱਤਰ ਦੇ ਰਾਹੀਂ ਗਵਰਨਮੈਂਟ ਨੂੰ ਜਿਹੜੀ ਚੇਤਾਵਨੀ ਦਿੱਤੀ ਆ ਕਿ ਸਾਡਾ ਜਿਹੜਾ ਡੀਏ ਦਾ ਏਰੀਅਰ ਉਹ ਦੇ ਦਿੱਤਾ ਜਾਵੇ, ਉਹਦੀ ਡੇਟਾ ਜਿਹੜੀ ਉਹ ਕਰਕੇ ਲੈਟਰ ਕਰੈਕਟ ਕੀਤੀ ਜਾਵੇ, ਉਹਦੇ ਵਿੱਚ ਮੋਡੀਫਿਕੇਸ਼ਨ ਕੀਤੀ ਜਾਵੇ, ਨਹੀਂ ਤਾਂ ਇਹਦੇ ਬਾਰੇ ਸਾਨੂੰ ਸੰਘਰਸ਼ ਕਰਨਾ ਪਏਗਾ। ਇੱਕ ਇਹਦੇ ਨਾਲ ਹੋਰ ਲੈਟਰ ਦਿੱਤੀ ਆ, ਉਹ ਲੈਟਰ ਹੈਗੀ ਆ ਜਿਹੜਾ ਆਪਣਾ ਫੈਸਟੀਵਲ ਐਡਵਾਂਸ ਆ, ਉਹ ਮੋੜਨਯੋਗ ਹੁੰਦਾ ਵੀ ਜਿੰਨਾ ਸਰਕਾਰ ਦਿੰਦੀ ਉਹਨੂੰ 10 ਕਿਸ਼ਤਾਂ ਦੇ ਵਿੱਚ ਕਲਾਸ 4 ਨੇ ਉਹ ਐਡਵਾਂਸ ਲੈ ਲੈਣਾ ਤੇ ਫਿਰ 10 ਕਿਸ਼ਤਾਂ 'ਚ ਵਾਪਸ ਕਰਨਾ। ਲੇਕਿਨ ਜਦੋਂ ਇਹ ਲੈਟਰ ਇਸ਼ੂ ਹੋਈ, ਉਸੇ ਦੌਰਾਨ ਹੀ ਜਿਹੜੀ ਸਾਡੀ ਜਥੇਬੰਦੀ ਹੈ ਕਲੈਰੀਕਲ ਦੀ, ਪੰਜਾਬ ਸਟੇਟ ਮਜਿਸਟਰੀਅਲ ਸਰਵਿਸ ਯੂਨੀਅਨ, ਉਹ ਹੜਤਾਲ ਤੇ ਚਲ ਗਈ। 12 ਦਿਨ ਦੀ ਹੜਤਾਲ ਰਹੀ। ਉਸ ਤੋਂ ਬਾਅਦ ਕੁਝ 2-4 ਦਿਨਾਂ ਬਾਅਦ ਉਹ ਡੇਟ ਜਿਹੜੀ ਉਹ ਖਤਮ ਹੋ ਗਈ ਤੇ ਜਿਹੜੀ ਕਲਾਸ 4 ਸੀ ਉਹ ਵਾਂਝੇ ਰਹਿ ਗਈ ਜਿਹੜੀ ਹੈ ਐਡਵਾਂਸ ਲੈਣ ਤੋਂ। ਸੋ ਅਸੀਂ ਉਸ ਲੈਟਰ ਦੇ ਵਿੱਚ ਇਹ ਲਿਖਿਆ ਹੈ ਕਿ ਉਹਨਾਂ ਦਾ ਜਿਹੜਾ ਟਾਈਮ ਆ ਉਹ 15 ਦਿਨ ਜਿਹੜਾ ਹੋਰ ਵਧਾ ਦਿੱਤਾ ਜਾਵੇ ਡੇਟ ਆਫ ਇਸ਼ੂ ਤੋਂ, ਜਿੱਦਣ ਉਹ ਡੇਟ ਜਿਹੜੀ ਲੈਟਰ ਉਹ ਇਸ਼ੂ ਹੋਏਗੀ ਉਸ ਤੋਂ 15 ਦਿਨ ਦਾ ਟਾਈਮ ਦੇ ਦਿੱਤਾ ਜਾਵੇ, ਤਾਂ ਕਿ ਕਲਾਸ 4 ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਫੈਸਟੀਵਲ ਐਡਵਾਂਸ ਲੈ ਸਕੇ। ਸੋ ਲੈਟਰ ਜਿਹੜੀ ਅਸੀਂ ਸਰਕਾਰ ਨੂੰ ਮੰਗ ਪੱਤਰ ਦਿੱਤੇ ਨੇ ਤਾਂ ਕਿ ਇੱਥੇ ਤੁਰੰਤ ਕਾਰਵਾਈ ਹੋ ਸਕੇ। ਕੋਈ ਇਹਦੇ ਤੇ ਅਸਰ ਨਜ਼ਰ ਆ ਰਿਹਾ ਜੀ? ਕੋਈ ਸਰਕਾਰ ਵੱਲੋਂ ਕੋਈ ਜਵਾਬ ਆਇਆ ਹੋਵੇ ਜਾਂ ਕੋਈ ਆਸ਼ਵਾਸਨ ਮਿਲਿਆ ਹੋਵੇ ਵੀ ਵਿਚਾਰਿਆ ਜਾਊਗਾ ਤੁਹਾਡੀ ਜਿਹੜੀ ਮੰਗ ਹੈ? ਬਿਲਕੁਲ ਜੀ, PSF ਸਾਹਿਬ ਨੂੰ ਇਹ ਲੈਟਰ ਦਿੱਤੀ ਆ, ਆਪਣੀ ਮੰਗ ਪੱਤਰ ਦਿੱਤਾ, ਵਿੱਤ ਮੰਤਰੀ ਸਾਹਿਬ ਨੂੰ ਦਿੱਤਾ। ਸੋ ਫੋਨ ਤੇ ਗੱਲਬਾਤ ਹੋਈ ਸੀਗੀ ਤੇ ਵਿੱਤ ਮੰਤਰੀ ਸਾਹਿਬ ਨਾਲ ਉਹਨਾਂ ਨੇ ਆਪਣੇ ਪ੍ਰਾਈਵੇਟ ਸੈਕਟਰੀ ਜਾਂ ਸਟਾਫ ਨੂੰ ਕਹਿ ਦਿੱਤਾ ਵੀ ਠੀਕ ਆਪਾਂ ਇਹ ਕਰ ਲਾਂਗੇ। ਸੋ ਆਸ਼ਵਾਸਨ ਸਰਕਾਰਾਂ ਦਿੰਦੀ ਆ। ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ, ਪਰ ਅਜੇ ਤੱਕ ਉਹਨਾਂ ਨਾਲ ਮੀਟਿੰਗ ਨਹੀਂ ਹੋ ਪਾਈ, ਕਿਉਂਕਿ ਉਹ ਕੱਲ ਮੀਟਿੰਗ ਸੀ ਤੇ ਅੱਜ ਉਹ ਸ਼ਾਇਦ ਛੁੱਟੀ ਤੇ ਸੀਗੇ। ਸੋ ਸਾਨੂੰ ਆਸ ਆ ਕਿ ਜੋ ਆਸ਼ਵਾਸਨ ਦਿੱਤਾ ਗਿਆ ਉਸ ਅਨੁਸਾਰ, ਜਿਵੇਂ ਆਮ ਆਦਮੀ ਪਾਰਟੀ ਆਪਣੀ ਸ਼ਾਖ ਬਣਾਉਣ 'ਚ ਲੱਗੀ ਹੈ ਗੁਜਰਾਤ ਔਰ ਹਿਮਾਚਲ ਇਲੈਕਸ਼ਨ ਦੇ ਕਾਰਨ, ਉਹ ਇਹ ਲੈਟਰ ਦੇ ਵਿੱਚ ਅਮੈਂਡਮੈਂਟ ਕਰੇਗੀ ਔਰ ਜਿਹੜੀ ਉਹ ਡੇਟ ਆ ਉਹਦੇ ਵਿੱਚ ਵਾਧਾ ਕਰੇਗੀ। ਤੁਹਾਨੂੰ ਲੱਗ ਰਿਹਾ ਵੀ ਮਨਸ਼ਾ ਕਿਤੇ ਨਾ ਕਿਤੇ ਸਰਕਾਰ ਦੀ ਵੀ ਸਾਫ਼ ਨਹੀਂ ਗੀ? ਇਸ ਐਲਾਨ ਜ਼ਰੂਰ ਕੀਤਾ ਪਰ ਵਿੱਚ ਹੁਣ ਜਿਹੜੀਆਂ ਇਹ ਚੀਜ਼ਾਂ ਏਰੀਆ ਨੂੰ ਲੈ ਕੇ ਜਾਂ ਹੋਰ ਕਈ ਚੀਜ਼ਾਂ ਨੇ ਜਿਹੜੀਆਂ ਕਲੀਅਰ ਨਹੀਂ ਕੀਤੀਆਂ ਜਾ ਰਹੀਆਂ, ਤੇ ਮਨਸ਼ਾ ਤੇ ਡਾਊਟ ਤੁਹਾਨੂੰ ਹੋ ਰਿਹਾ ਜੀ ਇਹਨਾਂ ਤੇ ਵੀ? ਦੇਖੋ, ਮਨਸ਼ਾ ਤੇ ਡਾਊਟ ਸਾਨੂੰ ਹਰ ਵਾਰੀ ਹੁੰਦਾ ਜਦੋਂ ਪਹਿਲੇ ਕਾਂਗਰਸ ਸਰਕਾਰ ਸੀਗੀ। ਘੱਟੋ ਘੱਟ ਨਹੀਂ ਤੇ ਅਸੀਂ 3-4 ਸਾਲ ਇਹੀ ਲੜਦੇ ਰਹੇ ਵੀ ਸਾਡੀ ਜਿਹੜੀ ਆ ਲੈਟਰ ਆ ਉਸ ਨੂੰ ਸੈਂਟਰ ਤੋਂ ਡੀਲਿੰਕ ਕਰ ਦਿੱਤਾ ਗਿਆ, ਫਿਰ ਉਹਦੇ ਵਿੱਚ ਡੇਟਾ ਚੇਂਜ ਕਰਦੇ ਰਹੇ, ਉਹ ਏਰੀਅਰ ਵੀ ਅਜੇ ਤੱਕ ਨਹੀਂ ਮਿਲੇ। ਪੇ ਕਮਿਸ਼ਨ ਜਿਹਨੂੰ 4.5 ਸਾਲ ਹੋ ਗਏ, ਜਦੋਂ ਅੱਜ ਤੋਂ ਪਹਿਲੇ 16 ਦੇ ਵਿੱਚ ਮਿਲਣਾ ਸੀ ਤੇ ਅੱਜ 4.5 ਸਾਲ ਹੋਣ ਉਪਰੰਤ ਮਿਲਿਆ, ਉਹਦਾ ਵੀ ਜਿਹੜਾ ਏਰੀਅਰ ਆ ਉਹ ਵੀ ਨਹੀਂ ਦਿੱਤਾ ਗਿਆ। ਸੋ ਸਰਕਾਰ ਦੀਆਂ ਮਨਸਾ ਜਿਹੜੀਆਂ ਹੁੰਦੀਆਂ ਉਹ ਤੇ ਤੁਹਾਨੂੰ ਪਤਾ ਹੀ ਆ ਵੀ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਕਿਉਂਕਿ ਏਰੀਅਰ ਲੱਖਾਂ ਰੁਪਏ 'ਚ ਮੁਲਾਜ਼ਮ ਦਾ ਬਣਨਾ ਜਿਹੜਾ ਉਹਨਾਂ ਦਾ ਹੱਕ ਆ। ਸੋ
ਆਸ ਕਰਦੇ ਆ ਕਿ ਜੇ ਸਰਕਾਰ ਨੇ ਆਪਣੀ ਸ਼ਾਖ ਜਿਹੜੀ ਬਣਾਣੀ ਹੈ, ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹਦੇ ਅਨੁਕੂਲ ਚੱਲਣਾ ਤੇ ਆਪਣੇ ਵਾਅਦੇ ਆ ਜਿਹੜੇ ਉਹਨੂੰ ਨਿਭਾਣੇ ਆ, ਤੇ ਜਿਹਦੇ ਕਰਕੇ ਇਹਨਾਂ ਨੇ ਸਾਡੀਆਂ ਵੋਟਾਂ ਲਈਆਂ ਤੇ ਫਿਰ ਉਹ ਸਾਡੀ ਆਸਾਂ ਤੇ ਪੂਰੇ ਉਤਰਨਗੇ ਔਰ ਸਾਡਾ ਏਰੀਅਰ ਜ਼ਰੂਰ ਦੇਣਗੇ। ਪਰ ਦੇਣਗੇ ਕਿਵੇਂ ਜੀ? ਇੰਨਾ ਜਿਵੇਂ ਤੁਸੀਂ ਦੱਸ ਰਹੇ ਹੋ ਲੱਖਾਂ ਦੇ ਵਿੱਚ ਹੈ, ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਵੀ ਖਜ਼ਾਨਾ ਖਾਲੀ ਹੈ। ਜੇ ਤੁਹਾਡੇ ਕੋਲ ਇਹੀ ਜਵਾਬ ਦੇਤਾ ਫਿਰ ਤੁਸੀਂ ਕੀ ਕਹੋਗੇ ਅੱਗੋਂ? ਨਹੀਂ ਜੀ, ਅਸੀਂ ਤੇ ਅਖਬਾਰਾਂ 'ਚ ਇਹ ਪੜ੍ਹਿਆ, ਤੁਸੀਂ ਵੀ ਖਬਰਾਂ ਚਲਾਈਆਂ ਹੋਣੀਆਂ ਵੀ ਸਾਡਾ ਖਜ਼ਾਨਾ ਭਰਿਆ ਪਿਆ। ਸਾਡੀ ਜਿਹੜੀ ਵੈਟ ਆਪਣੇ GST ਆ, GST ਤੋਂ ਇਨਕਮ ਵਧੀ ਆ। ਉਹ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਇਹੋ ਜਿਹੇ ਟੂਲ ਦੱਸਦੇ ਜਿੱਥੋਂ ਉਹਨਾਂ ਦੀ ਇਨਕਮ ਉਹ ਕਹਿੰਦੇ ਵੱਧ ਰਹੀ ਆ। ਲੀਕਰ ਤੋਂ ਵੱਧ ਰਹੀ, ਐਕਸਾਈਜ਼ ਪਾਲਿਸੀ ਤੋਂ ਵੱਧ ਰਹੀ ਆ। ਤੇ ਜਦੋਂ ਵੱਧ ਰਹੀ, ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਐਕਸਾਈਜ਼ ਤੋਂ 32,000 ਕਰੋੜ ਕਮਾਵਾਂਗੇ, ਅਸੀਂ ਜਿਹੜੀ ਆ ਰੇਤ ਖਨਨ ਤੋਂ ਇੰਨੇ ਕਮਾਵਾਂਗੇ, ਅਸੀਂ GST ਤੋਂ ਇੰਨੇ ਕਮਾਵਾਂਗੇ। ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ। ਹੁਣ ਅਸੀਂ ਖਜ਼ਾਨਾ ਥੋੜਾ ਭਰਨਾ, ਅਸੀਂ ਜਿੰਨਾ ਸਾਡਾ ਬਣਦਾ ਟੈਕਸ ਆ, ਸਾਡਾ ਤਾਂ ਇਨਕਮ ਟੈਕਸ ਕੱਟ ਕੇ ਸਾਨੂੰ ਤਨਖਾਹ ਮਿਲਦੀ ਹੈ, ਸਭ ਤੋਂ ਵੱਧ ਟੈਕਸ ਜੇ ਕੋਈ ਦੇ ਰਿਹਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਉਹ ਮੁਲਾਜ਼ਮ ਵਰਗ ਦੇ ਰਿਹਾ। ਅਸੀਂ ਆਪਣਾ ਬਣਦਾ ਟੈਕਸ ਦੇ ਰਿਹਾ। ਜੋ ਵੀ ਚੀਜ਼ ਦੀ ਖਰੀਦ ਕਰਦੇ ਅਸੀਂ, ਚਾਹ ਪੱਤੀ, ਚੀਨੀ, ਲੂਣ, ਮਿਰਚ, ਹਲਦੀ ਤੋਂ ਲੈ ਕੇ ਗੈਸ ਸਿਲੰਡਰ ਤੱਕ ਉੱਤੇ ਅਸੀਂ ਟੈਕਸ ਭਰ ਰਹੇ ਹਾਂ। ਹੋਰ ਇਸ ਤੋਂ ਵੱਧ ਅਸੀਂ ਕੀ ਕਰੀਏ? ਜੇ ਸਾਨੂੰ ਕੁਝ ਮਿਲ ਰਿਹਾ ਉਹਦੇ ਇਵਜ਼ ਦੇ ਵਿੱਚ ਅਸੀਂ ਸਰਕਾਰ ਨੂੰ ਉਸ ਤੋਂ ਕਈ ਗੁਣਾ ਵੱਧ ਦੇ ਵੀ ਰਹੇ ਹਾਂ। ਬਾਈ ਜੀ, ਕੀ ਨਾਮ ਹੈ ਤੁਹਾਡਾ ਤੇ ਤੁਸੀਂ ਦੱਸੋ ਵੀ ਕੀ ਮੁਸ਼ਕਲਾਂ ਆ ਰਹੀਆਂ ਨੇ? ਕਿੰਨੇ ਕੁ ਸਮੇਂ ਦਾ ਜਿਹੜਾ ਏਰੀਆ ਜਿਹੜੇ ਤੁਹਾਡੇ ਰਹਿੰਦੇ ਨੇ, ਤੇ ਖਾਸ ਤੌਰ ਤੇ ਪੇ ਕਮਿਸ਼ਨ ਜਿਹੜਾ ਸੀਗਾ ਉਹ ਵੀ 4.5 ਸਾਲ ਲੇਟ ਇੰਪਲੀਮੈਂਟ ਕੀਤਾ ਗਿਆ, ਸੋ ਉਹਦੇ ਚੱਲਦੇ ਕੀ ਦਿੱਕਤਾਂ ਆ ਰਹੀਆਂ ਨੇ? ਬਾਈ ਜੀ, ਮੇਰਾ ਨਾਮ ਸਾਹਿਲ ਸ਼ਰਮਾ ਹੈ ਤੇ ਮੈਂ ਸੈਕਟਰੀਏਟ 'ਚ ਤੈਨਾਤ ਹਾਂ ਤੇ ਯੂਨੀਅਨ ਦਾ ਨੁਮਾਇੰਦਾ, ਸਾਡੀ ਪੰਜਾਬ ਸਿਵਲ ਸੈਕਟਰੀਏਟ ਸਟਾਫ ਐਸੋਸੀਏਸ਼ਨ ਦਾ ਨੁਮਾਇੰਦਾ ਮੈਂ। ਤੇ ਜਿਹੜੀ ਭਾਜੀ ਤੁਸੀਂ ਗੱਲ ਕਰੀ ਹੈ ਕਿ ਏਰੀਅਰ ਬਾਰੇ ਤੇ ਪੇ ਕਮਿਸ਼ਨ 'ਚ ਜਿਹੜੀਆਂ ਤਰਾਸਦੀਆਂ ਆ ਰਹੀਆਂ ਨੇ ਉਹਦੇ ਬਾਰੇ ਸਾਨੂੰ ਦੱਸੋ। ਉਹਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਪੇ ਕਮਿਸ਼ਨ ਹੈ ਉਹ 1/1/2016 ਤੋਂ ਲੱਗਣਾ ਸੀ ਸਾਨੂੰ, ਜਿਹੜਾ ਸਰਕਾਰ ਨੇ ਲਾਇਆ 5/7/2021 ਨੂੰ, ਯਾਨੀ ਕਿ 4.5 ਸਾਲ ਬਾਅਦ ਮੁਲਾਜ਼ਮਾਂ ਨੂੰ ਉਹਨਾਂ ਦਾ ਬਕਾਇਆ ਪੇ ਕਮਿਸ਼ਨ ਮਿਲਿਆ। ਤੇ ਇਹ ਪੇ ਕਮਿਸ਼ਨ ਦੇ ਦਰਮਿਆਨ ਜਿਹੜੇ ਕਾਂਗਰਸ ਸਰਕਾਰ ਨੇ ਪੇ ਕਮਿਸ਼ਨ ਦਿੱਤਾ ਉਹ 'ਚ ਸਾਡੇ ਮਨਪ੍ਰੀਤ ਬਾਦਲ ਜੀ, ਸਾਡੇ ਵਿੱਤ ਮੰਤਰੀ ਸਾਹਿਬ ਪੁਰਾਣੇ, ਉਹਨਾਂ ਨੇ ਸਾਨੂੰ ਪ੍ਰੈਸ ਕਾਨਫਰੰਸ ਕੀਤੀ, ਇਹ ਆਸ਼ਵਾਸਨ ਦਿੱਤਾ ਕਿ ਜਿਹੜਾ ਪੇ ਕਮਿਸ਼ਨ ਦਾ 4.5 ਸਾਲ ਦਾ ਬਕਾਇਆ ਹੈ ਉਹ ਤੁਹਾਨੂੰ 9 ਕਿਸ਼ਤਾਂ 'ਚ ਦਿੱਤਾ ਜਾਊਗਾ। ਤੇ ਹਾਲੇ ਤੱਕ ਨਾ ਹੀ ਉਹ 9 ਕਿਸ਼ਤਾਂ ਆਈਆਂ, ਨਾ ਉਹਦੀ ਕੋਈ ਗਵਰਨਮੈਂਟ ਨੇ ਨੋਟੀਫਿਕੇਸ਼ਨ ਕੀਤੀ। ਇਹ ਇੱਕ ਵਾਰ ਦਾ ਨਹੀਂ, ਤੁਸੀਂ ਹੁਣ ਐਂ ਦੇਖੋ ਜਿਹੜਾ DA ਸੀ, ਹੁਣ DA ਚੰਨੀ ਸਰਕਾਰ ਨੇ 11% ਦਿੱਤਾ ਸਾਨੂੰ ਪੁਰਾਣਾ, ਪਿਛਲੇ ਸਾਲ ਨਵੰਬਰ 'ਚ, ਆਈ ਥਿੰਕ ਨਵੰਬਰ ਦੀ ਲੈਟਰ ਹੈ, ਉਹਦੇ 'ਚ ਲਿਖਿਆ ਕਿ 11% ਤੁਹਾਨੂੰ DA ਦਿੱਤਾ ਜਾਂਦਾ ਤੇ ਉਹਦੇ ਨੀਚੇ ਇੱਕ ਲਾਈਨ ਲਿਖਤੀ ਕਿ ਤੁਹਾਡੇ ਏਰੀਆ ਬਾਰੇ ਬਾਅਦ ਚੋਂ ਡਿਸਾਈਡ ਕੀਤਾ ਜਾਊਗਾ। ਉਦੋਂ ਯੂਨੀਅਨ ਨੇ, ਜਥੇਬੰਦੀਆਂ ਨੇ ਹੜਤਾਲਾਂ ਕਰਕੇ ਇਹ ਲੈਟਰ ਕਢਵਾਏ। ਲੈਟਰ ਕਢਵਾਉਣ ਤੋਂ ਬਾਅਦ ਉਸ ਟਾਈਮ ਵੀ ਸਾਡਾ DA ਡੀ-ਲਿੰਕ ਕੀਤਾ ਗਿਆ ਸੀ, ਜਿਹੜਾ ਅੱਜ ਦੀ ਘੜੀ ਵੀ ਸਾਡਾ DA ਡੀ-ਲਿੰਕ ਹੈ। ਅਸੀਂ ਬਾਰ-ਬਾਰ ਸਰਕਾਰ ਨੂੰ ਅਪੀਲ ਕਰਕੇ ਆਪਣਾ DA ਲਿੰਕ ਕਰਵਾਇਆ। ਅਸੀਂ ਸਿਰਫ ਇਹੀ ਕਹਿੰਦੇ ਵੀ ਜੇ ਦੇਖੋ, ਮੈਂ ਇੱਕ ਸਿੰਪਲ ਜਿਹੀ ਇੱਕ ਐਗਜ਼ਾਮਪਲ ਦਿੰਦਾ, ਕੋਈ IAS ਅਫਸਰ ਹੈ, IPS ਅਫਸਰ ਹੈ, ਠੀਕ ਹੈ, ਉਹ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਸੈਲਰੀ ਡਰਾ ਕਰ ਰਹੇ ਨੇ, ਠੀਕ ਹੈ ਜੀ, ਪਰ ਉਹਨਾਂ ਨੂੰ ਜਿਹੜਾ DA ਲੱਗਦਾ ਉਹ ਸੈਂਟਰ ਦੀ ਤਰਜ਼ ਤੇ ਲੱਗਦਾ, ਜਿਹੜਾ ਕਿ ਗਲਤ ਹੈ। ਜਦ ਉਹਨਾਂ ਨੂੰ DA ਲੱਗ ਗਿਆ, ਜੇ ਉਹ ਸਿਵਲ ਸਰਵੈਂਟਸ ਨੇ ਤਾਂ ਅਸੀਂ ਵੀ ਤਾਂ ਸਰਕਾਰ ਦੀ ਨੌਕਰੀ ਕਰ ਰਹੇ ਹਾਂ, ਅਸੀਂ ਵੀ ਮੁਲਾਜ਼ਮ ਹਾਂ, ਉਹ ਵੀ ਸਰਕਾਰ ਦੇ ਮੁਲਾਜ਼ਮ ਨੇ, ਤਾਂ ਉਹਨਾਂ ਨੂੰ DA ਪਹਿਲਾਂ ਕਿਉਂ ਲੱਗਦਾ? ਇਹ ਬਾਦਲ ਸਰਕਾਰ ਨੇ ਆ ਕੇ ਪਿਛਲੇ ਟਨਿਓਰ 'ਚ ਇਕੱਠਾ ਕਰਤਾ ਸੀ ਮੁਲਾਜ਼ਮਾਂ ਦਾ DA ਤੇ IAS ਅਫਸਰਾਂ ਦਾ DA ਇੱਕ ਵਾਰ 'ਚ ਹੀ ਰਿਲੀਜ਼ ਕੀਤਾ ਜਾਊਗਾ, ਜਿਹੜੀ ਇਹਨਾਂ ਨੇ ਕਾਂਗਰਸ ਸਰਕਾਰ ਵੇਲੇ ਆ ਕੇ ਚਿੱਠੀ ਇਹ ਕੈਂਸਲ ਕਰਵਾਤੀ। ਅਸੀਂ ਇਹੀ ਚਾਹੁੰਦੇ ਕਿ DA ਸਾਨੂੰ ਇਕੱਠਾ ਮਿਲੇ। ਹੁਣ ਜਿਹੜਾ ਇਹਨਾਂ ਨੇ DA 6% ਦਿੱਤਾ, ਇਹ 'ਚ ਵੀ ਇੱਕ ਛੋਟੀ ਜਿਹੀ ਲਾਈਨ ਪਾ ਦਿੱਤੀ ਨੀਚੇ ਕਿ DA ਦੇ ਏਰੀਆ ਬਾਰੇ ਬਾਅਦ ਚੋਂ ਗੱਲ ਕਰਾਂਗੇ। ਤਾਂ ਇਹੋ ਜਿਹੀ ਕੋਈ ਇਤਰਾਜ਼ ਦੀਆਂ, ਇਹੋ ਜਿਹੇ ਮੁਲਾਜ਼ਮਾਂ ਨੂੰ ਢੂਲ ਲਵਾਉਣ ਵਾਲੀਆਂ ਗੱਲਾਂ ਸਰਕਾਰ ਕਰਦੀ ਹੈ ਕਿ ਜਦ ਇੱਕ ਸਰਕਾਰ ਦੇ ਮੁਲਾਜ਼ਮ ਹੀ ਖੁਸ਼ ਨਹੀਂ ਹੋਣਗੇ ਤਾਂ ਸਰਕਾਰ ਆਪਦਾ ਕਿਵੇਂ ਉੱਥੇ ਮਤਲਬ ਆਪਦਾ ਵਰਕ ਕਰੂਗੀ। ਹੁਣ ਇਕੱਲੇ ਇਹ ਏਰੀਅਰਾਂ ਦੀ ਹੀ ਗੱਲ ਨਹੀਂ ਹੈਗੀ, ਇਕੱਲੇ ਪੇ ਕਮਿਸ਼ਨ ਦੀ ਹੀ ਗੱਲ ਨਹੀਂ। ਹੁਣ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ, ਸ਼ਾਇਦ ਸਰਕਾਰ ਨਵੀਂ ਹੋਣ ਕਰਕੇ ਵਰਕਿੰਗ ਬਾਰੇ ਸ਼ਾਇਦ ਨਹੀਂ ਪਤਾ ਇੰਨਾ, ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਮੁਲਾਜ਼ਮ ਆਪਣਾ 17/7/2020 ਦੀ ਇੱਕ ਨੋਟੀਫਿਕੇਸ਼ਨ ਹੈ ਜਿਹਦੇ ਰਾਹੀਂ ਨਵੇਂ ਭਰਤੀ ਮੁਲਾਜ਼ਮ ਭਰਤੀ ਹੋਏ ਸੀਗੇ ਸੈਂਟਰ ਦੇ ਤਰਜ਼ ਤੇ, ਪੇ ਕਮਿਸ਼ਨ ਦੇ ਤਰਜ਼ ਤੇ। ਤਾਂ ਮੈਂ ਐਗਜ਼ਾਮਪਲ ਲੈਣਾ ਸੈਕਟਰੀਏਟ ਦੀ, ਸੈਕਟਰੀਏਟ 'ਚ ਕੋਈ ਕਲਰਕ ਭਰਤੀ ਹੋਇਆ, ਉਹਦਾ DC ਰੇਟ ਅੱਜ ਦਾ ਚੰਡੀਗੜ੍ਹ ਗਵਰਨਮੈਂਟ ਦਾ 27,000 ਕੁਛ ਰੁਪਏ ਹੈ, ਠੀਕ ਹੈ ਜੀ। ਇਹਨਾਂ ਨੂੰ ਹਜੇ ਅੱਗੇ 3 ਸਾਲ ਦਾ ਪਰਖ ਕਾਲ ਦਾ ਸਮਾਂ ਹੈ, ਠੀਕ ਹੈ।
ਪਰਖ ਕਾਲ ਸਮੇਂ ਦੌਰਾਨ ਇਹਨਾਂ ਨੂੰ ਕੋਈ ਐਮੋਲੂਮੈਂਟਸ ਨਹੀਂ, ਕੋਈ ਇਨਕਰੀਮੈਂਟਸ ਨਹੀਂ, ਕੁਝ ਵੀ ਨਹੀਂ। ਤੇ ਇਸ ਤੋਂ ਬਾਅਦ ਜਦੋਂ ਇਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਕਲੀਅਰ ਹੋ ਜਾਣਾ ਤਾਂ ਇਹਨਾਂ ਨੂੰ ਜਿਹੜੇ ਇਹਨਾਂ ਦੇ 3 ਇਨਕਰੀਮੈਂਟ ਨੇ, ਜਿਹੜੇ ਇਹ ਸਵੇਰ ਤੋਂ 9 ਤੋਂ ਲੈ ਕੇ ਸ਼ਾਮ ਨੂੰ 6-7 ਵਜੇ ਤੱਕ ਨੌਕਰੀ ਕਰਦੇ ਨੇ, ਉਸ ਟਾਈਮ ਦਾ ਕੋਈ ਇਨਕਰੀਮੈਂਟਾਂ ਦੀ ਕਿਤੇ ਕੋਈ ਗੱਲ ਨਹੀਂ। ਇਹ ਇਨਕਰੀਮੈਂਟ ਸਾਡੇ ਖਾ ਗਈ ਸਰਕਾਰ। 3-3 ਸਾਲਾਂ ਦੇ ਲੋਕਾਂ ਨੇ ਨੌਕਰੀ ਕੀਤੀ, ਪ੍ਰੋਬੇਸ਼ਨ ਕਲੀਅਰ ਕੀਤਾ। ਉਸ ਤੋਂ ਬਾਅਦ ਇਹ ਏਰੀਅਰਾਂ 'ਚ ਸਾਡੇ ਲਿਖ ਦਿੰਦੀ ਹੈ ਕਿ ਜਿਹੜਾ ਤੁਹਾਨੂੰ ਇਹ ਏਰੀਅਰ ਹੈ ਇਹਦਾ ਡਿਸੀਜਨ ਤੁਹਾਨੂੰ ਬਾਅਦ 'ਚੋਂ ਦਿੱਤਾ ਜਾਊਗਾ। ਕਿਉਂ ਬਈ ਡਿਸੀਜਨ ਬਾਅਦ 'ਚੋਂ ਕਿਉਂ ਦਿੱਤਾ ਜਾਊਗਾ? ਆ ਜਿਹੜੇ ਨਵੇਂ ਮੁਲਾਜ਼ਮ 3 ਸਾਲ ਬਾਅਦ ਆਪਦਾ ਪਰਖ ਕਾਲ ਪੂਰਾ ਸਮਾਂ ਕਰਨਗੇ, ਉਹਨਾਂ ਦਾ ਡੀਸੀ ਰੇਟ ਹੀ ਉਹਨਾਂ ਦੀ ਐਕਚੁਅਲ ਮਿਲਣ ਵਾਲੀ ਤਨਖਾਹ ਤੋਂ ਵੱਧ ਹੋ ਜਾਊਗਾ। ਕੀ ਦੱਸੋ ਤੁਸੀਂ ਇਹ ਗੱਲ ਠੀਕ ਹੈ ਕਿ ਡੀਸੀ ਰੇਟ ਇੱਕ ਫੁੱਲ ਤਨਖਾਹ ਨਾਲੋਂ ਵੱਧ ਹੋ ਜੇ? ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਸਾਡੇ ਟਾਈਮਲੀ ਏਰੀਅਰ ਨੇ, ਪੇ ਕਮਿਸ਼ਨ ਦਾ ਏਰੀਅਰ ਹੈ 4.5 ਸਾਲਾਂ ਦਾ, 9 ਕਿਸ਼ਤਾਂ ਜਿਹੜੀਆਂ ਕਹੀਆਂ ਸੀ ਉਹਦੇ ਬਾਰੇ ਕੋਈ ਨੋਟੀਫਿਕੇਸ਼ਨ ਕਰੋ। ਜਿਹੜਾ 11% ਇਹਨਾਂ ਨੇ ਡੀਏ ਦਿੱਤਾ ਪੁਰਾਣਾ, ਉਹਦੇ ਏਰੀਅਰ ਬਾਰੇ ਕੋਈ ਡਿਸਾਈਡ ਕਰੋ। ਸਾਡਾ ਡੀ ਲਿੰਕ ਕੀਤਾ ਡੀਏ, ਇਹਨੂੰ ਲਿੰਕ ਕਰਕੇ ਇਹਦਾ ਸਾਨੂੰ ਪੂਰਾ ਏਰੀਅਰ ਦਿਓ। ਸਾਨੂੰ ਏਰੀਅਰ ਦੇ ਨਾਲ ਨਾਲ ਉਹਨੇ 3 ਇਨਕਰੀਮੈਂਟ ਵੀ ਸਾਡੇ ਉਹਦੇ ਸਰਵਿਸ ਦੇ ਕਾਊਂਟ ਕਰੋ ਨਵੇਂ ਮੁਲਾਜ਼ਮਾਂ ਦੇ। ਬਸ ਮੇਰੀ ਇਹੀ ਅਪੀਲ ਹੈ ਜੀ ਸਰਕਾਰ ਨੂੰ। ਕੀ ਨਾਮ ਹੈ ਜੀ ਤੁਹਾਡਾ, ਤੇ ਇਹਨਾਂ ਤੋਂ ਇਲਾਵਾ ਹੋਰ ਕਿਹੜਾ ਮੁੱਦਾ ਜਿਹੜਾ ਤੁਸੀਂ ਮੁਲਾਜ਼ਮ ਇਸ ਵੇਲੇ ਵਿਚਾਰ ਰਹੇ ਹੋ ਜਾਂ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹੋ ਜੀ? ਮੈਂ ਸੁਸ਼ੀਲ ਕੁਮਾਰ, ਕੋਆਰਡੀਨੇਟਰ ਪੰਜਾਬ ਸਿਵਲ ਸੈਕਟਰੀਏਟ ਸਟਾਫ ਐਸੋਸੀਏਸ਼ਨ। ਜਿਵੇਂ ਸਾਡੇ ਆ ਪ੍ਰਧਾਨ ਜੀ ਤੇ ਮੇਰੇ ਸਾਥੀ ਨੇ ਦੱਸਿਆ ਤੁਹਾਨੂੰ, ਇਹ ਤੋਂ ਇਲਾਵਾ ਸਾਡੀਆਂ ਹੋਰ ਕਈ ਮੰਗਾਂ ਹੈ। ਜਿਵੇਂ ਕਿ ਇੱਕ ਲਾਇਸੈਂਸ ਫੀਸ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਜਿਹੜੇ ਸਰਕਾਰੀ ਕੁਆਟਰ ਹੈ ਪੰਜਾਬ ਦੇ, ਉਹਦੀ ਲਾਇਸੈਂਸ ਫੀਸ ਹੈ ਜਿਹੜਾ ਬੇਸਿਕ ਦਾ 5% ਵਸੂਲਿਆ ਜਾਂਦਾ। ਜਿਹੜੀ ਪਹਿਲਾਂ 5ਵੇਂ ਪੇ ਕਮਿਸ਼ਨ ਨਾਲ ਜਿਹੜੀ ਸਾਡੀ ਬੇਸਿਕ ਸੀ ਉਹਦੇ ਹਿਸਾਬ ਨਾਲ 5% ਜਿਹੜਾ ਹੈ ਇੱਕ ਅਧਿਕਾਰੀ ਦਾ 1500 ਰੁਪਇਆ ਬਣਦਾ ਸੀ। ਪਰ ਜਦ ਰਿਵਾਈਜ਼ ਹੋ ਗਈ ਬੇਸਿਕ ਤਾਂ ਉਹਦੇ ਹਿਸਾਬ ਨਾਲ ਹੁਣ ਘੱਟੋ ਘੱਟ 3500 ਰੁਪਇਆ ਇੱਕ ਬੰਦੇ ਦੀ ਲਾਇਸੈਂਸ ਫੀਸ ਬਣ ਰਹੀ ਹੈ। ਇਹਦੇ ਉਲਟ ਜਿਹੜਾ ਇੱਥੇ ਚੰਡੀਗੜ੍ਹ ਦੇ ਜਿਹੜੇ ਕੁਆਟਰ ਹੈ ਉਹਨਾਂ ਦੀ ਫਿਕਸ ਹੈ 100 ਰੁਪਇਆ, 200 ਰੁਪਇਆ, 300 ਰੁਪਇਆ, 400 ਰੁਪਇਆ। ਤਾਂ ਸਾਡੀ ਇਹ ਮੰਗ ਹੈ ਕਿ ਜਿਹੜੇ ਪੰਜਾਬ ਦੇ ਕੁਆਟਰ ਹੈ ਇੱਥੇ ਚੰਡੀਗੜ੍ਹ ਦੇ ਵਿੱਚ, ਉਹਨਾਂ ਦੀ ਲਾਇਸੈਂਸ ਫੀਸ ਵੀ ਫਿਕਸ ਕੀਤੀ ਜਾਵੇ। ਇਹ ਤੋਂ ਇਲਾਵਾ ਸਾਡੇ ਜਿਹੜੇ ਨੋਟੀਫਿਕੇਸ਼ਨ ਸਾਡੇ ਸਾਥੀ ਨੇ ਦੱਸਿਆ ਕਿ ਜਿਹੜੇ ਨਵੇਂ ਭਰਤੀ ਹੈ ਉਹਨਾਂ ਵਾਸਤੇ ਜਿਹੜਾ ਸੈਂਟਰ ਦਾ 7ਵਾਂ ਪੇ ਕਮਿਸ਼ਨ ਲਾਗੂ ਕੀਤਾ ਗਿਆ। ਅਸੀਂ ਇਹ ਮੰਗ ਕਰਦੇ ਹਾਂ ਕਿ ਉਹ ਇੱਥੇ ਮੁਲਾਜ਼ਮ ਜਿਹੜੇ ਸਾਡੇ ਇੱਥੇ ਦੇ ਨਾਗਰਿਕ ਹੈ, ਪੰਜਾਬ ਦੇ ਆ, ਪੰਜਾਬ ਨੂੰ ਵੋਟ ਕਰਦੇ ਆ ਵਿਧਾਨ ਸਭਾ ਨੂੰ, ਤਾਂ ਉਹਨਾਂ ਲਈ ਪੰਜਾਬ ਦਾ ਜਿਹੜਾ ਪੇ ਕਮਿਸ਼ਨ ਲਾਗੂ ਹੋਏ। ਇਹ ਤੋਂ ਇਲਾਵਾ ਅਸੀਂ ਇਹ ਕਹਿੰਦੇ ਜਿਹੜਾ ਪ੍ਰੋਬੇਸ਼ਨ ਸਮਾਂ ਹੈ ਸਰਕਾਰ ਨੇ 3 ਸਾਲ ਦਾ ਕਰਤਾ। ਜਿਹੜਾ ਪਹਿਲਾਂ ਅਸਲ 'ਚ ਪ੍ਰੋਬੇਸ਼ਨ ਹੁੰਦਾ ਸੀ ਉਹ 6 ਮਹੀਨੇ ਹੁੰਦਾ ਸੀ, ਸਾਲ ਹੁੰਦਾ ਸੀ, ਫਿਰ 2 ਸਾਲ ਹੋਇਆ। ਪਰ ਇਹ ਸਰਕਾਰ ਨੇ ਇਹਨੂੰ ਵਿੱਤ ਨਾਲ ਜੋੜ ਕੇ 3 ਸਾਲ ਕਰਤਾ ਤੇ ਉਹਦੇ ਨਾਲ ਜਿਹੜੀ ਬੇਸਿਕ ਵੇ ਦਿੰਦੀ ਹੈ ਵੀ ਇਹਨੂੰ ਬੰਦ ਕੀਤਾ ਜਾਵੇ। ਪ੍ਰੋਬੇਸ਼ਨ ਦੌਰਾਨ ਜਿਹੜੀ ਹੈ ਪੂਰੀ ਤਨਖਾਹ ਦਿੱਤੀ ਜਾਵੇ। 15/1/15 ਦੀਆਂ ਹਦਾਇਤਾਂ ਰੱਦ ਕੀਤੀਆਂ ਜਾਣ। ਇਹ ਤੋਂ ਇਲਾਵਾ ਸਾਡੀ ਕੈਸ਼ਲੈਸ ਸਕੀਮ ਹੈ। ਮੰਨ ਲਓ ਅੱਜ ਇੱਕ ਮੁਲਾਜ਼ਮ ਨੂੰ ਆਪਣਾ ਇਲਾਜ ਕਰਾਉਣਾ ਪੈਂਦਾ, ਕੋਈ ਇਲਾਜ ਬੜਾ ਮਹਿੰਗਾ ਪੈਂਦਾ। ਕੈਸ਼ਲੈਸ ਸਕੀਮ 'ਚ ਇੱਦਾਂ ਹੁੰਦਾ ਕਿ ਇੱਕ ਲਿਮਟ ਬਣ ਜਾਂਦੀ ਹੈ, ਉੱਥੇ ਤੱਕ ਆਪਣਾ ਜਾਂ ਆਪਣੇ ਬੱਚਿਆਂ ਦਾ ਪਰਿਵਾਰ ਦਾ ਇਲਾਜ ਕਰਾ ਲੈਂਦਾ। ਉਹ ਸਰਕਾਰ ਨੂੰ ਮੁੜ ਬਹਾਲ ਕਰਨਾ ਚਾਹੀਦਾ। ਉਹਦੇ ਬਾਅਦ ਜਿਹੜਾ ਡਿਵੈਲਪਮੈਂਟ ਟੈਕਸ ਤੋਂ ਲੈਂਦੀ ਹੈ ਸਰਕਾਰ 200 ਰੁਪਇਆ, ਉਹ ਕੋਈ ਵੀ ਹੋਰ ਨਾਗਰਿਕ ਪੰਜਾਬ ਦਾ ਨਹੀਂ ਦਿੰਦਾ ਸਿਵਾਏ ਮੁਲਾਜ਼ਮ ਤੋਂ। ਤਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਇਹ ਸਾਡਾ ਡਿਵੈਲਪਮੈਂਟ ਟੈਕਸ ਹੈ ਇਹ ਵੀ ਬੰਦ ਕੀਤਾ ਜਾਵੇ। ਅਤੇ ਦੂਜੀ ਗੱਲ ਹੈ, ਜਿਵੇਂ ਸਰਕਾਰ ਨੇ ਹੁਣ ਜਿਹੜੀ ਪੈਨਸ਼ਨ ਸਕੀਮ ਲਾਗੂ ਕੀਤੀ ਹੈ, ਪੁਰਾਣੀ ਪੈਨਸ਼ਨ ਸਕੀਮ, ਇਹਦੇ ਲਈ ਸਾਡੇ ਬੇਨਤੀ ਹੈ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਇਹਦੀ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਕਿ ਜਿਹੜਾ ਮੁਲਾਜ਼ਮਾਂ ਦੇ ਵਿੱਚ ਅੱਡ-ਅੱਡ ਵਿਚਾਰ ਸਾਹਮਣੇ ਆ ਰਿਹਾ ਉਹਨਾਂ ਦੇ, ਇਹ ਕਲੀਅਰ ਹੋ ਸਕੇ ਕਿ ਇਹ ਕਿਆ ਲਾਗੂ ਹੋਏਗੀ, ਕਿਸ ਤਰ੍ਹਾਂ ਲਾਗੂ ਹੋਏਗੀ। ਕੀ ਨਾਮ ਹੈ ਜੀ ਤੁਹਾਡਾ? ਤੇ ਮੈਂ ਇਹ ਪੁੱਛਣਾ ਚਾਹੂੰਗਾ ਵੀ ਜਿਹੜਾ ਭਗਵੰਤ ਮਾਨ ਸਰਕਾਰ ਦਾ ਟੈਨਿਓਰ ਹੈ ਹੁਣ ਤੱਕ ਦਾ, ਉਹਨੂੰ ਇੱਕ ਮੁਲਾਜ਼ਮ ਹੋਣ ਦੇ ਪੱਖੋਂ ਤੁਸੀਂ ਕਿਵੇਂ ਦਾ ਦੇਖਦੇ ਹੋ ਜੀ? ਕਿਉਂਕਿ ਬਹੁਤ ਉਮੀਦਾਂ ਦੇ ਨਾਲ ਸਰਕਾਰ ਨੂੰ ਇਸ ਨੂੰ ਮੌਕਾ ਮਿਲਿਆ, ਹੁਣ ਤੱਕ ਦਾ ਕਿਵੇਂ ਦਾ ਦੇਖ ਰਹੇ ਹੋ? ਮੇਰਾ ਨਾਮ ਜੀ ਪ੍ਰਦੀਪ ਕੁਮਾਰ ਸ਼ਰਮਾ ਜੀ, ਮੈਂ ਪੰਜਾਬ ਸਿਵਲ ਸਕੱਤਰੇਤ ਦਾ ਮੁਲਾਜ਼ਮ ਹਾਂ ਜੀ। ਭਗਵੰਤ ਮਾਨ ਸਰਕਾਰ ਨੂੰ ਆਈ ਨੂੰ 7 ਮਹੀਨੇ ਹੋ ਚੁੱਕੇ ਨੇ। ਮੁਲਾਜ਼ਮਾਂ ਨੇ ਜ਼ੋਰ ਸ਼ੋਰ ਨਾਲ ਭਗਵੰਤ ਮਾਨ ਸਰਕਾਰ ਨੂੰ ਵੋਟ ਪਾਈ ਤੇ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਇਆ। ਇਹ ਕਿ ਉਹ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨਗੇ। ਭਗਵੰਤ ਮਾਨ ਸਰਕਾਰ ਨੇ ਹੁਣ ਤੱਕ ਸਿਰਫ ਸਾਡੇ ਲਈ 2 ਡਿਸੀਜ਼ਨ ਲਏ ਨੇ। ਇੱਕ ਸਾਨੂੰ 6% ਡੀਏ ਜੋ ਲੇਟੈਸਟ ਦਿੱਤਾ ਹੈ, ਤੇ ਇਸ ਤੋਂ ਇਲਾਵਾ ਸਾਡੀ ਪੁਰਾਣੀ ਪੈਨਸ਼ਨ ਸਕੀਮ ਜੋ ਬਹਾਲ ਕੀਤੀ ਹੈ, ਉਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ। ਇਸ ਤੋਂ ਇਲਾਵਾ ਜਿਹੜਾ ਸਾਨੂੰ ਡੀਏ ਦਿੱਤਾ ਹੈ, ਇਹਦੇ ਲਈ ਕੋਈ ਵੀ ਹਾਲ ਤੱਕ ਨੋਟੀਫਿਕੇਸ਼ਨ ਨਹੀਂ ਜਾਰੀ ਹੋਈ ਕਿ ਉਹਦਾ ਏਰੀਅਰ ਕਿਵੇਂ ਦੇਣਾ ਹੈ। ਤੇ ਇਸ ਤੋਂ ਇਲਾਵਾ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਹੈ, ਇਹਦੇ ਸੰਬੰਧੀ ਵੀ ਇਸ ਤਰ੍ਹਾਂ ਦੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ। ਖਹਿਰਾ ਸਾਹਿਬ, ਇੱਕ ਜਿਹੜਾ ਸਰਕਾਰ ਵੱਲੋਂ ਓਲਡ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੇ ਜਿਹੜਾ ਇੱਕ ਉਹ ਵੱਡਾ ਐਲਾਨ ਕੀਤਾ ਗਿਆ ਸੀਗਾ, ਉਸ ਤੋਂ ਬਾਅਦ ਮੁਲਾਜ਼ਮ ਕਾਫੀ ਖੁਸ਼ ਨੇ, ਮੀਟਿੰਗਸ ਕਾਫੀ ਹੋ ਰਹੀਆਂ ਨੇ, ਕ੍ਰੈਡਿਟ ਵਾਰ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਜੀ। ਤੁਹਾਡੇ ਵੱਲੋਂ ਕੋਈ ਇਸ ਤਰੀਕੇ ਦੀ ਕੋਈ ਐਫਰਟਸ ਨਹੀਂ ਕੀਤੇ ਜਾ ਰਹੇ? ਤੁਸੀਂ ਕ੍ਰੈਡਿਟ ਲੈਣਾ ਚਾਹੁੰਦੇ ਹੋ, ਜਿਹੜੇ ਬਾਕੀ ਲੈਣਾ ਚਾਹ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਦੇਖੋ, ਲੜਾਈ ਜਿਹੜੀ ਸੀਗੀ ਪੁਰਾਣੀ ਪੈਨਸ਼ਨ ਦੀ, ਉਹ ਸਾਰਿਆਂ ਨੇ ਇੱਕ ਪਲੇਟਫਾਰਮ ਤੇ ਆ ਕੇ ਲੜੀ ਪਿਛਲੇ 4 ਸਾਲਾਂ ਤੋਂ। ਮੈਂ ਦੱਸ ਦੇਣਾ ਚਾਹੁੰਦਾ ਕਿ ਸਾਂਝੇ ਮੁਲਾਜ਼ਮ ਮੰਚ ਦੇ ਐਫਰਟਸ ਦੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆਈਆਂ ਜਿਨ੍ਹਾਂ ਨੇ ਸਾਂਝੇ ਰੂਪ ਦੇ ਵਿੱਚ ਇਸ ਲੜਾਈ ਨੂੰ ਲੜਿਆ, ਜਿਹਦੇ ਵਿੱਚ 3 ਅਹਿਮ ਮੁੱਦੇ ਸੀਗੇ। ਜਿਹੜਾ ਸਭ ਤੋਂ ਪਹਿਲਾ ਮੁੱਦਾ ਪੇ ਕਮਿਸ਼ਨ ਸੀਗਾ, ਦੂਜਾ ਜਿਹੜਾ ਸੀਗਾ ਕੱਚੇ ਮੁਲਾਜ਼ਮ ਪੱਕੇ ਕਰਨਾ ਸੀਗਾ, ਤੇ ਤੀਜਾ ਮੁੱਦਾ ਸੀਗਾ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨਾ। ਇਸ ਤੋਂ ਸਿਵਾਏ ਹੋਰ ਬਹੁਤ ਸਾਰੇ ਮੁੱਦੇ ਹੈਗੇ ਸੀਗੇ। ਉਹਨਾਂ ਦੇ ਵਿੱਚੋਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਹੁਣ ਉਹਦਾ ਅਨਾਊਂਸਮੈਂਟ ਹੋਈ ਆ, ਅਜੇ ਤਾਈਂ ਉਹ ਇੰਪਲੀਮੈਂਟੇਸ਼ਨ ਉਹਦੀ ਹੋਣੀ ਬਾਕੀ ਰਹਿੰਦੀ ਆ। ਤੇ ਇਹਦੇ ਵਿੱਚ ਕ੍ਰੈਡਿਟ ਵਾਰ ਤੇ ਤਾਂ ਹੁੰਦੀ ਜੇਕਰ ਕੋਈ ਇਹ ਸੋਚਦਾ ਕਿ ਮੈਂ ਇਕੱਲੇ ਨੇ ਲੜਾਈ ਲੜੀ ਆ। ਠੀਕ, ਅੱਜ ਤੋਂ 4 ਸਾਲ ਪਹਿਲੇ ਕੋਈ ਧਿਰਾਂ ਬਣੀਆਂ ਸੀਗੀਆਂ, 2-3 ਸਭ ਤੋਂ ਪਹਿਲੇ ਜਿਹੜੀਆਂ 2-3 ਧਿਰਾਂ ਸੀ ਉਹ ਲੜ ਰਹੀਆਂ ਸੀਗੀਆਂ, ਜਿਹੜੀਆਂ ਸਿਰਫ ਤੇ ਸਿਰਫ ਪੈਨਸ਼ਨ ਦੇ ਲਈ ਲੜ ਰਹੀਆਂ ਸੀਗੀਆਂ। ਤੇ ਜੇ ਉਹ ਧਿਰਾਂ ਇਹ ਕਹਿੰਦੇ ਆ ਵੀ ਅਸੀਂ ਹੀ ਇਹਦਾ ਕ੍ਰੈਡਿਟ ਲੈਣਾ, ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਤੁਹਾਡਾ ਸ਼ੁਕਰੀਆ, ਤੁਸੀਂ ਸਾਨੂੰ ਜਿਹੜੇ ਆ ਸਾਡੇ ਸਾਥੀਆਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਦੇਤੀ ਆ, ਸੋ ਕ੍ਰੈਡਿਟ ਅਸੀਂ ਆਪ ਹੀ ਦੇ ਦਿੰਦੇ ਆ ਭਾਈ। ਪਰ ਜਿਹੜਾ ਕ੍ਰੈਡਿਟ ਉਹ ਲੋਕਾਂ ਦੇ ਦਿਲਾਂ 'ਚ ਹੁੰਦਾ, ਲੋਕਾਂ ਨੂੰ ਪਤਾ ਕਿਹਨੇ ਕੀ ਕੀਤਾ, ਸੋ ਉਹ ਆਪੇ ਇੱਜ਼ਤ ਮਾਣ ਬਖਸ਼ ਦਿੰਦੇ ਜਿਹਨੇ ਜੋ ਕੰਮ ਕੀਤਾ। ਜਿੱਥੇ ਤੱਕ ਤੁਸੀਂ ਸਾਡੀ ਗੱਲ ਕੀਤੀ ਹੈ, ਤੁਸੀਂ ਦੇਖਿਆ ਹੋਣਾ, ਸਾਨੂੰ ਕਵਰੇਜ ਕਰਦੇ ਆ ਰਹੇ ਹੋ। 1984 ਦੇ ਵਿੱਚ 1.25 ਮਹੀਨਾ ਜਿਹੜੀ ਸੀ ਸੈਕਟਰੀਏਟ ਦੇ ਵਿੱਚ ਹੜਤਾਲ ਰਹੀ ਸੀ। ਉਸ ਤੋਂ ਬਾਅਦ ਸੈਕਟਰੀਏਟ ਕਦੀ ਵੀ ਹੜਤਾਲ ਨਹੀਂ ਕੀਤੀ ਔਰ ਸੈਕਟਰੀਏਟ ਕਦੀ ਵੀ ਫੀਲਡ ਦੀਆਂ ਜਥੇਬੰਦੀਆਂ ਨਾਲ ਨਹੀਂ ਗਿਆ। ਉਸ ਤੋਂ ਬਾਅਦ 1990 ਦੇ ਵਿੱਚ ਅੰਸ਼ਿਕ ਤੌਰ ਤੇ ਜਿਹੜੀ ਸੀ ਹੜਤਾਲ ਹੋਈ ਸੀਗੀ, ਤੇ ਉਸ ਤੋਂ ਉਪਰੰਤ ਕਦੀ ਵੀ ਹੜਤਾਲ ਨਹੀਂ ਹੋਈ। ਹੁਣ ਜਾ ਕੇ ਜਿਹੜੀ ਆ ਸਾਡੀ ਜਥੇਬੰਦੀ ਨੇ ਮਿਲ ਕੇ, ਸਾਡੇ ਸਾਥੀਆਂ ਨੇ, ਜੁਆਇੰਟ ਐਕਸ਼ਨ ਕਮੇਟੀ ਨੇ 3 ਵਾਰ ਹੜਤਾਲ ਕੀਤੀ ਆ। ਤੇ ਸਾਡੀ ਹੜਤਾਲ ਦੇ ਵਿੱਚ PSMSU ਔਰ ਸਾਂਝਾ ਮੁਲਾਜ਼ਮ ਮੰਚ ਸ਼ਾਮਲ ਸੀਗਾ, ਤੇ ਉਹਦੇ ਵਿੱਚ ਇਹ ਮੁੱਖ ਮੰਗ ਸੀਗੀ ਸਾਂਝਾ ਜਿਹੜੀ ਆ ਪੁਰਾਣੀ ਪੈਨਸ਼ਨ ਸਕੀਮ ਦੀ। ਉਸ ਤੋਂ ਬਾਅਦ ਸਾਂਝਾ ਫਰੰਟ ਵਜੂਦ ਦੇ ਵਿੱਚ ਆਇਆ, ਉਹਦੇ ਵਿੱਚ ਵੀ ਜਿਹੜੀ ਆ ਜਿੰਨੀਆਂ ਵੀ ਪੈਨਸ਼ਨ ਸੰਬੰਧੀ ਧਿਰਾਂ ਉਹ ਵੀ ਵਿੱਚ ਆ ਗਈਆਂ ਸੀਗੀਆਂ। ਸੋ ਇਹ ਸਾਰਿਆਂ ਦਾ ਜੁਆਇੰਟ ਐਫਰਟ ਆ, ਮੈਂ ਸਾਰਿਆਂ ਨੂੰ ਵਧਾਈ ਦੇ ਪਾਤਰ ਦਿੰਦਾ। ਜੇਕਰ ਤੁਸੀਂ ਕਿਹਾ ਵੀ ਤੁਸੀਂ ਇਹਦਾ ਕ੍ਰੈਡਿਟ ਨਹੀਂ ਲੈਣਾ ਚਾਹੋਗੇ, ਸੋ ਕ੍ਰੈਡਿਟ ਅਸੀਂ ਕੀ ਲੈਣਾ, ਜਦੋਂ ਲੜਾਈ ਸਾਂਝੀ ਲੜੀ ਆ ਤੇ ਕ੍ਰੈਡਿਟ ਵੀ ਸਾਂਝਾ ਹੀ ਜਾਊਗਾ। ਸੋ ਜੇਕਰ ਸਾਨੂੰ ਨਹੀਂ ਵੀ ਜਾਂਦਾ, ਸਾਨੂੰ ਇਹਦਾ ਕੋਈ ਨਹੀਂ, ਕਿਉਂਕਿ ਮੇਨ ਮੁੱਦਾ ਤਾਂ ਸਾਡੇ ਸਾਥੀਆਂ ਨੂੰ ਜਿਹੜੇ ਇਸ ਸਮੇਂ 60% 'ਚ ਗਿਣਤੀ ਦੇ ਅਨੁਪਾਤ ਦੇ ਵਿੱਚ ਸਾਡੇ ਨਾਲ ਨੇ, 60-40 ਦੇ, ਉਹਨਾਂ ਨੂੰ ਅਗਰ ਪੁਰਾਣੀ ਪੈਨਸ਼ਨ ਮਿਲਦੀ, ਜਿਹਨੇ ਵੀ ਦਵਾਤੀ ਉਹਦਾ ਧੰਨਵਾਦ ਆ। ਤੇ ਬਾਕੀ ਜਿਹੜੀ ਨੋਟੀਫਿਕੇਸ਼ਨ ਹੈ ਮੈਂ ਉਹ ਦੱਸ ਦੇਣਾ ਚਾਹੁੰਦਾ ਕਿ 1972 ਦੇ ਰੂਲ ਜਿਹੜੇ CSR ਵੋਲੀਅਮ 1 ਦਾ ਰੂਲ 1.2 ਨੂੰ ਅਮੈਂਡਮੈਂਟ ਕਰਕੇ ਉਹਦੇ ਵਿੱਚ ਇਹ ਜਿਹੜਾ ਉਪਬੰਧ ਕਰ ਦਿੱਤਾ ਗਿਆ ਸੀਗਾ ਕਿ ਪੁਰਾਣੀ ਪੈਨਸ਼ਨ ਸਕੀਮ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਉੱਤੇ ਇੰਪਲੀਮੈਂਟ ਨਹੀਂ ਹੋਊਗੀ। ਜਿਹੜਾ CSR ਵੋਲੀਅਮ 2 ਦੇ ਵਿੱਚ ਸੀਗਾ, ਸਿਰਫ ਉਹਦੇ ਵਿੱਚ ਜਿਹੜੀ ਆ ਪੈਨਸ਼ਨ ਬਾਰੇ ਗੱਲਬਾਤ ਸੀਗੀ, ਰੂਲ ਸੀਗੇ, ਉਹ ਉਹਨਾਂ ਤੇ ਜਿਹੜੀ ਆ ਲਾਗੂ ਨਹੀਂ ਹੋਏਗੀ। ਜੇਕਰ ਹੁਣ ਸਰਕਾਰ ਨੇ ਇਸ ਨੂੰ ਅਮੈਂਡ ਕਰਨਾ ਜਾਂ ਪੁਰਾਣੀ ਪੈਨਸ਼ਨ ਦੇਣੀ ਆ, ਤਾਂ ਉਹ CSR ਵੋਲੀਅਮ 1 ਦੇ ਰੂਲ 1.2 ਨੂੰ ਫਿਰ ਅਮੈਂਡਮੈਂਟ ਕਰਕੇ ਉਹਦੇ ਵਿੱਚ ਇਹ ਉਪਬੰਧ ਕਰਨਾ ਪਏਗਾ ਕਿ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਵੀ ਪਹਿਲੇ ਮੁਲਾਜ਼ਮਾਂ ਦੀ ਤਰ੍ਹਾਂ ਜਿਹੜਾ ਪਾਰਟ 2 ਆ CSR ਦਾ, ਉਹ ਉਹਨਾਂ ਦੇ ਉੱਤੇ ਮੁੜ ਲਾਗੂ ਹੋਏਗਾ ਤੇ ਉਹ ਜਿਹੜੀ ਆ ਆਪਣੇ ਆਪ ਇੰਪਲੀਮੈਂਟ ਹੋ ਜਾਏਗੀ। ਇਸ ਲਈ ਇੱਕ ਖਰੜਾ ਤਿਆਰ ਹੋਏਗਾ ਤੇ ਉਹ ਖਰੜਾ ਜਿਹੜਾ ਹੈਗਾ ਉਹ ਕੈਬਨਿਟ ਦੇ ਵਿੱਚ ਅਪਰੂਵਲ ਲਈ ਜਾਏਗਾ। ਅਪਰੂਵਲ ਤੋਂ ਉਪਰੰਤ ਹੀ ਜਿਹੜੀ ਆ ਇਹ ਪੈਨਸ਼ਨ ਜਿਹੜੀ ਪੋਸੀਬਲ ਹੋ ਸਕਦੀ। ਹੁਣ ਦੇਖਣ ਵਾਲੀ ਗੱਲ ਹੈ ਕਿ ਕੈਬਨਿਟ ਦੀ ਮੀਟਿੰਗ ਕਦੋਂ ਹੁੰਦੀ ਆ। ਹੁਣ ਸਾਥੀ ਆਪਸ 'ਚ ਲੜ ਰਹੇ ਆ, ਪਰ ਮੈਂ ਉਹਨਾਂ ਨੂੰ ਇੱਕੋ ਗੱਲ ਕਹੂੰਗਾ, ਕ੍ਰੈਡਿਟ ਤੁਸੀਂ ਜਿਹੜਾ ਮਰਜ਼ੀ ਲੈ ਲਓ, ਸਕਦੇ ਤੇ ਕੋਈ ਗੱਲ ਨਹੀਂ, ਪਰ ਟਾਰਗੇਟ ਜਿਵੇਂ ਅਰਜੁਨ ਦੀ ਅੱਖ ਮੱਛੀ ਤੇ ਸੀਗੀ, ਤੁਹਾਡੀ ਅੱਖ ਇੱਥੇ ਹੋਣੀ ਚਾਹੀਦੀ ਹੈ ਕਿ ਕੈਬਨਿਟ ਦੀ ਮੀਟਿੰਗ ਕਿੱਦਣ ਕਰ ਰਹੇ ਆ। ਪ੍ਰੈਸ਼ਰ ਦਿਓ ਕੈਬਨਿਟ ਦੀ ਮੀਟਿੰਗ ਕਰਕੇ CSR ਵੋਲੀਅਮ 1 ਦੇ ਰੂਲ 1.2 ਨੂੰ ਅਮੈਂਡ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਜਾਵੇ, ਤਾਂ ਕਿ ਸਾਰੇ ਸਾਥੀ ਇੱਕੋ ਹੀ ਕੈਟਾਗਰੀ ਦੇ ਵਿੱਚ ਆ ਜਾਣ, ਇਹਦੇ ਵਿੱਚ ਵੰਡ ਜਿਹੜੀ ਆ ਉਹ ਨਾ ਰਵੇ। ਇਸ ਤੋਂ ਸਿਵਾਏ ਜਿਵੇਂ ਅਸੀਂ ਪਹਿਲੇ ਵੀ ਕਹਿ ਚੁੱਕੇ ਹਾਂ ਵੀ ਜਿਹੜਾ 7th ਪੇ ਕਮਿਸ਼ਨ ਆ, ਜਦੋਂ ਆਪਣੇ ਭਗਵੰਤ ਸਰਕਾਰ ਜਾਂ ਆਮ ਆਦਮੀ ਸਰਕਾਰ ਜਿਹੜੀ ਉਹ ਮੋਦੀ ਔਰ ਕਾਂਗਰਸ ਨੂੰ, BJP ਔਰ ਕਾਂਗਰਸ ਨੂੰ ਭੰਡ ਕੇ ਪੰਜਾਬ ਦੇ ਵਿੱਚ ਸਾਡੀਆਂ ਵੋਟਾਂ ਦੀ ਹੱਕਦਾਰ ਬਣੀ ਆ, ਤੇ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਅਸੀਂ ਆਹ ਜਿਹੜੀ ਪਾਲਿਸੀ ਇਹਨਾਂ ਦੇ ਅਗੇਂਸਟ ਵਧੀਆ ਪਾਲਿਸੀ ਲਿਆਵਾਂਗੇ। ਤੇ ਹੁਣ ਕਿਉਂ ਉਹ ਸੈਂਟਰ ਗਵਰਨਮੈਂਟ ਦੀ ਪਾਲਿਸੀ 7th ਪੇ ਕਮਿਸ਼ਨ ਲਾਗੂ ਕਰ ਰਹੀ ਹੈ, ਹੁਣ ਆਪਣਾ ਪੇ ਕਮਿਸ਼ਨ ਕਿਉਂ ਨਹੀਂ ਲਾਗੂ ਕਰ ਰਹੀ? ਸੋ ਇਹ ਵੀ ਬੇਨਤੀ ਹੈ ਕਿ ਪੰਜਾਬ ਦਾ ਪੇ ਕਮਿਸ਼ਨ ਲਾਗੂ ਕਰੇ। ਤੇ ਬਾਕੀ ਸਾਥੀਆਂ ਨੇ ਜਿਵੇਂ ਬਾਕੀ ਮੰਗਾਂ ਬਾਰੇ ਕਿਹਾ, ਉਹ ਸਾਰੀਆਂ ਦੇ ਸਾਰੀਆਂ ਮੰਗਾਂ ਇਨ ਪਾਲੂ ਜਿਹੜੀਆਂ ਲਾਗੂ ਕੀਤੀਆਂ ਜਾਣ ਮੁਲਾਜ਼ਮਾਂ ਦੇ ਉੱਤੇ।